Hello friends, today we'll discuss IELTS writing task 2 template for all type of essays. So guys, if you're watching my video first time then please like, share and subscribe my channel. So let's get started. Guys, ਜਦੋਂ ਵੀ ਆਪਾਂ ਐਸੇ ਲਿਖਣਾ ਨਾ ਰਾਈਟਿੰਗ ਟਾਸਕ 2 ਲਿਖਣਾ ਹੈ ਸਭ ਤੋਂ ਪਹਿਲਾਂ ਆਪਾਂ ਉਸ ਦੀ ਇੰਟਰੋਡਕਸ਼ਨ ਲਿਖਦੇ ਹਾਂ ਉਸ ਤੋਂ ਬਾਅਦ ਬੋਡੀ ਪੈਰਾਗ੍ਰਾਫ 1 ਬੋਡੀ ਪੈਰਾਗ੍ਰਾਫ 2 ਐਂਡ ਦੈਨ ਕਨਕਲੂਜਨ ਤੁਸੀਂ ਚਾਹੋ ਤਾਂ 3 ਪੈਰਾਗ੍ਰਾਫ ਵੀ ਬਣਾ ਸਕਦੇ ਹੋ ਬਟ ਮੈਨੂੰ ਲੱਗਦਾ 2 ਇਨਫ ਹੈ ਜਿਹੜਾ ਐਸੇ ਲਿਖਣਾ ਆਪਾਂ ਉਹ 250 ਵਰਡਸ ਦਾ ਹੋਣਾ ਬਹੁਤ ਜ਼ਰੂਰੀ ਹੈ 250 ਵਰਡਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਓਕੇ ਸੋ 4 ਟਾਈਪਸ ਦੇ ਹੁੰਦੇ ਐਸੇਜ਼ ਹੁੰਦੇ ਆ ਜਿਹੜੇ ਰਾਈਟਿੰਗ ਟਾਸਕ 2 ਦੇ ਵਿੱਚ 4 ਟਾਈਪਸ ਦੇ ਹੁੰਦੇ ਆ ਕਿਹੜੇ ਹੁੰਦੇ ਆ ਫਸਟ ਹੁੰਦਾ ਓਪੀਨੀਅਨ ਐਸੇ ਸੈਕੰਡ ਡਿਸਕਸ ਐਸੇਜ਼ ਥਰਡ ਪ੍ਰੋਬਲਮ ਐਂਡ ਸੋਲੂਸ਼ਨ ਐਸੇਜ਼ ਫੋਰਥ ਇਜ਼ ਡਾਇਰੈਕਟ ਕੁਐਸਚਨ ਐਸੇਜ਼ ਸੋ ਫਸਟ ਆਪਾਂ ਡਿਸਕਸ ਕਰਦੇ ਹਾਂ ਓਪੀਨੀਅਨ ਐਸੇ ਬਾਰੇ ਇਹ ਅੱਗੇ 3 ਕੈਟੇਗਰੀਜ਼ ਦੇ ਵਿੱਚ ਹੁੰਦੇ ਆ ਇਹ ਕਿਹੜੀ ਕੈਟੇਗਰੀ ਹੈ ਐਗਰੀ ਔਰ ਡਿਸਐਗਰੀ ਨੈਕਸਟ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਥਰਡ ਹੈਗੀ ਹੈ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਵਾਲੀ ਸੋ ਕਿ ਆਪਾਂ ਇਹਨੂੰ ਡਿਸਕਸ ਕਰਦੇ ਹਾਂ ਸੋ ਫਸਟ ਆਪਾਂ ਡਿਸਕਸ ਕਰਦੇ ਹਾਂ ਐਗਰੀ ਔਰ ਡਿਸਐਗਰੀ ਇਹ ਹੁੰਦਾ ਜਿਹੜਾ ਐਸੇ ਦੇ ਵਿੱਚ ਆਪਾਂ ਕੰਪਲੀਟਲੀ ਜਾਂ ਤਾਂ ਐਗਰੀ ਹੈ ਜਾਂ ਡਿਸਐਗਰੀ ਹੈ ਠੀਕ ਹੈ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਆਪਾਂ ਇਹਦੀ ਐਗਜ਼ਾਮਪਲ ਕਰਦੇ ਹਾਂ ਸਮ ਪੀਪਲ ਸੇ ਦੈਟ parents shouldn't stop their children from using the internet do you agree or disagree ਕੁਝ ਲੋਕ ਕਹਿੰਦੇ ਆ ਕਿ ਜਿਹੜੇ ਪੈਰੈਂਟਸ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਨੈਟ ਵਰਤਣ ਤੋਂ ਰੋਕਣਾ ਨਹੀਂ ਚਾਹੀਦਾ ਕੀ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ ਸੋ ਇਹਦੀ ਆਪਾਂ ਜਿਹੜੀ ਇੰਟਰੋ ਲਿਖਣੀ ਹੈ ਉਹ ਇੰਟਰੋ ਮੀਨਸ ਇਹਦੀ ਸਾਰੇ ਦੀ ਜਿਹੜੀ ਕੁਐਸਚਨ ਹੈ ਇਹਨੂੰ ਪੈਰਾਫਰੇਜ਼ ਕਰਨਾ ਆਪਾਂ ਆਪਣੇ ਵਰਡਸ ਦੇ ਵਿੱਚ ਇਹ ਜਦੋਂ ਕੋਈ ਵੀ ਐਸੇ ਹੁੰਦਾ ਉਹਦੀ ਆਪਾਂ ਇੰਟਰੋ ਕਰਨੀ ਹੈ ਉਹਨੂੰ ਸਭ ਤੋਂ ਪਹਿਲਾਂ ਉਹਦੀ ਜਨਰਲ ਸਟੇਟਮੈਂਟ ਲਿਖਣੀ ਹੈ ਜਨਰਲ ਸਟੇਟਮੈਂਟ ਮੀਨਸ ਇਹ ਕਿਸ ਦੇ ਬਾਰੇ ਹੋ ਰਹੀ ਹੈ ਮੇਨ ਇਹਦਾ ਮੀਨਸ ਮੇਨ ਫੋਕਸ ਕੀ ਤੇ ਹੈ ਇੰਟਰਨੈਟ ਤੇ ਹੈ ਇੰਟਰਨੈਟ ਬਾਰੇ ਕੋਈ ਵੀ ਜਨਰਲ ਲਾਈਨ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਇੰਟਰਨੈਟ ਜਿਵੇਂ ਮੈਂ ਲਿਖਿਆ ਹੋਇਆ ਨੀਡਲੈਸ ਟੂ ਸੇ ਇੰਟਰਨੈਟ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਆਵਰ ਲਾਈਫ ਵੀ ਇਸ ਨੂੰ ਕਹਿਣ ਦੀ ਲੋੜ ਨਹੀਂ ਇੰਟਰਨੈਟ ਹੈ ਜਿਹੜਾ ਉਹ ਸਾਡੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਲਿਖ ਸਕਦੇ ਹੋ ਜਿਵੇਂ ਇੰਟਰਨੈਟ ਪ੍ਰੋਵਾਈਡਸ ਅਸ ਮੈਨੀ ਬੈਨੀਫਿਟਸ ਠੀਕ ਹੈ ਕੋਈ ਵੀ ਐਸੇ ਹੋਵੇ ਉਹਦੀ ਜਨਰਲ ਜਿਹੜੀ ਸਟੇਟਮੈਂਟ ਆ ਉਹ ਲਿਖਣੀ ਹੈ ਜਨਰਲ ਲਾਈਨ ਲਿਖਣੀ ਹੈ ਉੱਪਰ ਉਸ ਤੋਂ ਬਾਅਦ ਪੈਰਾਫਰੇਜ਼ ਦਾ ਕੁਐਸਚਨ ਮੀਨ ਜਿਹੜਾ ਵੀ ਆ ਕੁਐਸਚਨ ਹੈ ਇਹਨੂੰ ਆਪਣੀ ਵਰਡਿੰਗ ਦੇ ਵਿੱਚ ਲਿਖਣਾ ਹੈ ਜਿਵੇਂ ਮੈਂ ਲਿਖਿਆ ਹੋਇਆ ਸਮ ਸੈਕਸ਼ਨਸ ਆਫ ਦਾ ਸੋਸਾਇਟੀ ਇਹ ਸਮ ਪੀਪਲ ਦੀ ਜਗ੍ਹਾ ਤੇ ਲਿਖਤਾ ਤੇ ਸੇ ਦੈਟ ਦੀ ਜਗ੍ਹਾ ਤੇ ਥਿੰਕ ਦੈਟ ਪੈਰੈਂਟਸ ਹੈਡ ਬੈਟਰ ਸ਼ੁੱਡ ਦੀ ਜਗ੍ਹਾ ਤੇ ਅਲਾਓ देयर ਕਿਡਸ ਟੂ ਸਰਫ ਦੀ ਇੰਟਰਨੈਟ ਪੈਰੈਂਟਸ ਨੂੰ ਵੀ ਨਹੀਂ ਰੋਕਣਾ ਚਾਹੀਦਾ ਇੰਟਰਨੈਟ ਤੋਂ ਓਕੇ ਸੋ ਇਸ ਤਰ੍ਹਾਂ ਪੈਰਾਫਰੇਜ਼ ਕਰਨਾ ਉਸ ਤੋਂ ਬਾਅਦ ਹੈ ਜਿਹੜਾ ਓਪੀਨੀਅਨ ਵਾਲੀ ਲਾਈਨ ਲਿਖਣੀ ਹੈ ਜਿਵੇਂ ਤੁਸੀਂ ਐਗਰੀ ਹੋ ਜਾਂ ਡਿਸਐਗਰੀ ਹੋ ਜਿਵੇਂ ਕਿ ਮੈਂ ਲਿਖਿਆ ਆਈ ਐਗਰੀ ਵਿਦ ਦਿਸ ਪੁਆਇੰਟ ਆਫ ਵਿਊ ਜੇ ਐਗਰੀ ਨਹੀਂ ਤਾਂ ਤੁਸੀਂ ਕੀ ਲਿਖਣਾ ਆਈ ਡੂ ਨਾਟ ਐਗਰੀ ਵਿਦ ਦਿਸ ਪੁਆਇੰਟ ਆਫ ਵਿਊ ਓਕੇ ਇਸ ਤਰ੍ਹਾਂ ਇੰਟਰੋਡਕਸ਼ਨ ਲਿਖਣੀ ਹੈ ਓਕੇ ਸੋ ਨੈਕਸਟ ਆਪਾਂ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2 ਉਹ ਕਿਵੇਂ ਲਿਖਣਾ ਹੈ ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਕੀ ਲਿਖਣਾ ਹੈ ਬੈਨੀਫਿਟ ਲਿਖਣਾ ਹੈ ਇੰਟਰਨੈਟ ਤੇ ਵੀ ਇੰਟਰਨੈਟ ਦੇ ਬੈਨੀਫਿਟ ਕੀ ਹੈ ਚਿਲਡਰਨ ਦੇ ਲਈ ਓਕੇ ਜਿਵੇਂ ਉਹ ਕਿਵੇਂ ਲਿਖਣਾ ਫਸਟ ਬੈਨੀਫਿਟ ਲਿਖਤਾ ਆਪਾਂ ਵੀ ਇਹਦਾ ਆ ਬੈਨੀਫਿਟ ਹੈ ਉਹਨੂੰ ਐਕਸਪਲੇਨ ਕਰਨਾ ਓਕੇ ਫਿਰ ਫਰਦਰ ਐਕਸਪਲੇਨ ਕਰਨਾ ਹੈ ਅਗਰ ਫਰਦਰ ਐਕਸਪਲੇਨ ਕਰਨਾ ਤਾਂ ਬਹੁਤ ਵਧੀਆ ਗੱਲ ਹੈ ਜੇ ਕਰਦੇ ਹੋ ਨਹੀਂ ਐਗਜ਼ਾਮਪਲ ਜ਼ਰੂਰ ਦੇਣੀ ਹੈ ਉਹਦੇ ਨਾਲ ਜਿਹੜਾ ਬੈਂਡ ਸਕੋਰ ਇਨਕਰੀਜ਼ ਹੁੰਦਾ ਹੈ ਉਸ ਤੋਂ ਬਾਅਦ ਸੈਕੰਡ ਬੈਨੀਫਿਟ ਉਸੇ ਹੀ ਪੈਰਾਗ੍ਰਾਫ ਦੇ ਵਿੱਚ ਉਸ ਦੇ ਨਾਲ ਐਗਜ਼ਾਮਪਲ ਐਡ ਕਰਦੇ ਹੋ ਓਕੇ ਸੋ ਜਿਹੜਾ ਬੋਡੀ ਪੈਰਾਗ੍ਰਾਫ 2 ਹੁੰਦਾ ਉਹਦੇ ਵਿੱਚ ਆਪਾਂ ਮੋਸਟਲੀ ਕੰਟਰਰੀ ਸਾਈਡ ਲਿਖਦੇ ਹਾਂ ਮੀਨਸ ਆਪਾਂ ਉਹਦੀ ਜਿਹੜੀ ਹੈਗੀ ਹੈ ਫਲਿੱਪ ਸਾਈਡ ਲਿਖਦੇ ਹਾਂ ਉਹਨੂੰ ਆਪਾਂ ਕਿਵੇਂ ਸਟਾਰਟ ਕਰਨਾ ਜਿਵੇਂ ਔਨ ਦਾ ਅਦਰ ਹੈਂਡ ਕਹਿ ਸਕਦੇ ਹਾਂ ਔਨ ਦਾ ਕੰਟਰਰੀ ਸਾਈਡ ਕਹਿ ਸਕਦੇ ਹਾਂ ਮੀਨਸ ਇਹਦੇ ਡਿਸਐਡਵਾਂਟੇਜਸ ਲਿਖਣੇ ਆ ਜਿਹੜਾ ਇੰਟਰਨੈਟ ਹੈ ਇਸ ਤੇ ਓਕੇ ਸੋ ਐਂਡ ਤੇ ਜਦੋਂ ਕੰਕਲੂਜਨ ਲਿਖਣਾ ਜਿਵੇਂ ਕੰਕਲੂਜਨ ਸਟਾਰਟ ਕਰਨਾ ਟੂ ਸਮ ਅਪ ਮੈਂ ਇੱਥੇ ਨਹੀਂ ਲਿਖਿਆ ਤੁਸੀਂ ਲਿਖਣਾ ਟੂ ਸਮ ਅਪ ਫਿਰ comma ਪਾ ਕੇ after pondering over the above stated information it is clear that the internet is advantageous for kids internet ਹੈ ਜਿਹੜਾ ਬਹੁਤ beneficial ਹੈ ਬਹੁਤ ਜ਼ਰੂਰੀ ਹੈ ਮੀਨਸ ਬਹੁਤ ਬੈਨੀਫਿਟ ਪ੍ਰੋਵਾਈਡ ਕਰਵਾਉਂਦਾ ਹੈ ਕਿਡਸ ਦੇ ਲਈ ਓਕੇ ਸੋ ਪੈਰੈਂਟਸ ਸ਼ੁੱਡ ਨਾਟ ਸਟਾਪ ਦੇਅਰ ਚਿਲਡਰਨ ਫਰੋਮ ਯੂਜ਼ਿੰਗ ਦੀ ਵੈਬ ਮੀਡੀਆ ਸੋ ਪੈਰੈਂਟਸ ਨੂੰ ਨਹੀਂ ਰੋਕਣਾ ਚਾਹੀਦਾ ਇਸ ਤਰ੍ਹਾਂ ਕਨਕਲੂਜਨ ਲਿਖਣਾ ਮੀਨਸ ਉਹਦਾ ਸਾਰੇ ਦਾ ਆਪਾਂ ਕੀ ਉਹਦਾ ਫੋਕਸ ਆਪਾਂ ਕੀ ਨਿਚੋੜ ਕੱਢਿਆ ਮੀਨਸ ਆਪਾਂ ਜਿਹੜਾ ਵੀ ਉੱਪਰ ਕੀਤਾ ਠੀਕ ਹੈ ਉਸ ਤਰ੍ਹਾਂ ਲਿਖਣਾ ਮੋਸਟਲੀ ਐਸੇਜ਼ ਦੇ ਵਿੱਚ ਜਦੋਂ ਆਪਾਂ ਕਨਕਲੂਜਨ ਲਿਖਣਾ ਨਾ ਉਦੋਂ ਜਿਹੜਾ ਮੈਂ ਆਹ ਲਾਈਨ ਲਿਖੀ ਆਫਟਰ ਪੌਂਡਰਿੰਗ ਓਵਰ ਦਾ ਅਬਵ ਸਟੇਟਡ ਇਨਫੋਰਮੇਸ਼ਨ ਇਹ ਹਰ ਇੱਕ ਐਸੇ ਦੇ ਮੋਸਟਲੀ ਇਹ ਯੂਜ਼ ਹੁੰਦੀ ਹੈ ਲਾਈਨ ਇਹ ਤੁਸੀਂ ਯੂਜ਼ ਕਰ ਸਕਦੇ ਹੋ ਹਰ ਇੱਕ ਦੇ ਲਈ ਓਕੇ ਇਟ ਇਜ਼ ਕਲੀਅਰ ਦੈਟ ਤੋਂ ਬਾਅਦ ਜੇ ਬੈਨੀਫਿਟ ਵਾਲਾ ਤਾਂ ਤੁਸੀਂ ਕਹਿ ਸਕਦੇ ਹੋ ਬੈਨੀਫਿਟ ਜ਼ਿਆਦਾ ਹੈ ਜਾਂ ਉਹ ਆਪਾਂ ਅੱਗੇ ਕਰਾਂਗੇ ਓਕੇ ਸੋ ਇਸ ਤਰ੍ਹਾਂ ਤੁਸੀਂ ਇਹਦਾ ਕਨਕਲੂਜਨ ਕਰ ਸਕਦੇ ਹੋ ਨੈਕਸਟ ਹੈ ਪੋਜ਼ਿਟਿਵ ਔਰ ਨੈਗੇਟਿਵ ਡਿਵੈਲਪਮੈਂਟ ਵੀ ਇਹ ਪੋਜ਼ਿਟਿਵ ਹੈ ਡਿਵੈਲਪਮੈਂਟ ਜਾਂ ਨੈਗੇਟਿਵ ਹੈ question ਹੈਗਾ in some parts of the world it is becoming increasingly popular to try to find out the history of your family ਜਿਹੜੇ ਕੁਝ ਜਿਹੜੇ ਪਾਰਟ ਹੈ ਇਸ ਵਰਲਡ ਦੇ ਸੰਸਾਰ ਦੇ
ਇਹ ਬਹੁਤ ਪੋਪੂਲਰ ਹੋ ਚੁੱਕਿਆ ਵੀ ਜਿਹੜੇ ਫੈਮਿਲੀ ਵਾਲੇ ਆ ਮੀਨਸ ਜੋ ਪਰਿਵਾਰ ਆ ਉਹ ਆਪਣੀ ਜਿਹੜੀ ਹਿਸਟਰੀ ਆ ਉਹ ਜਾਣਨਾ ਚਾਹੁੰਦਾ ਮੀਨਸ ਆਪਣੀ ਫੈਮਿਲੀ ਦੀ ਹਿਸਟਰੀ ਜਾਣਨਾ ਚਾਹੁੰਦੇ ਹੁੰਦੇ ਆ। ਵਾਈ ਡੂ ਪੀਪਲ ਡੂ ਦਿਸ, ਪੀਪਲ ਐਵੇਂ ਕਿਉਂ ਕਰਦੇ ਆ? ਇਜ਼ ਦਿਸ ਆ ਨੈਗੇਟਿਵ ਡਿਵੈਲਪਮੈਂਟ ਔਰ ਪੋਜ਼ਿਟਿਵ? ਕੀ ਇਹ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ? ਇਸ ਦੀ ਇੰਟਰੋ ਉਹੀ ਸੇਮ ਜਨਰਲ ਸਟੇਟਮੈਂਟ ਲਿਖਣੀ ਹੈ ਇਹਦੇ ਬਾਰੇ। ਮੀਨਸ ਕੀ ਦੀ ਗੱਲ ਹੋ ਰਹੀ ਹੈ ਇੱਥੇ? ਹਿਸਟਰੀ ਆਫ ਯੋਰ ਫੈਮਿਲੀ ਹਿਸਟਰੀ ਦੀ ਕੋਈ ਵੀ ਜਨਰਲ ਸਟੇਟਮੈਂਟ ਲਿਖਣੀ ਹੈ। ਉਸ ਤੋਂ ਬਾਅਦ ਜਿਹੜਾ ਸਾਰਾ ਕੁਐਸਚਨ ਹੈ ਇਹਨੂੰ ਪੈਰਾਫਰੇਜ਼ ਕਰਨਾ ਹੈ। ਨੈਕਸਟ ਇਹਦੀ ਆਪਾਂ ਓਪੀਨੀਅਨ ਦੇਣੀ ਹੈ। ਓਕੇ, ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਉਸ ਤੋਂ ਬਾਅਦ ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਦੱਸਣਾ ਵੀ ਇਹ ਪੋਜ਼ਿਟਿਵ ਕਿਉਂ ਹੈ। ਜੇ ਆਪਾਂ ਪੋਜ਼ਿਟਿਵ ਲੈ ਰਹੇ ਹਾਂ, ਪੋਜ਼ਿਟਿਵ ਕਿਉਂ ਹੈ, ਐਡਵਾਂਟੇਜਸ ਦੱਸਣੀ ਹੈ ਵੀ ਫੈਮਿਲੀ ਹਿਸਟਰੀ ਜੇ ਫਾਈਂਡ ਕਰਦੇ ਹਾਂ ਤਾਂ ਉਹਦੀਆਂ ਐਡਵਾਂਟੇਜਸ ਕੀ ਹੈ, ਉਹ ਲਿਖਣੀ ਹੈ ਆਪਾਂ ਬੋਡੀ ਪੈਰਾਗ੍ਰਾਫ 1 ਦੇ ਵਿੱਚ। ਇੱਕ ਹੋਰ ਗੱਲ, ਜੋ ਵੀ ਆਪਾਂ ਪੋਜ਼ਿਟਿਵ ਲਿਖਣੇ ਆ ਮੀਨਸ ਆਪਾਂ ਪੋਜ਼ਿਟਿਵ ਸਾਈਡ ਲੈ ਕੇ ਚੱਲਦੇ ਹਾਂ, ਆਪਾਂ ਪੋਜ਼ਿਟਿਵ ਸਾਈਡ ਲੈ ਕੇ ਚੱਲਦੇ ਹਾਂ ਤਾਂ ਆਪਾਂ ਜਿਹੜਾ ਬੋਡੀ ਪੈਰਾਗ੍ਰਾਫ 1 ਉਹ ਆਪਾਂ ਵੱਡਾ ਬਣਾਵਾਂਗੇ। ਠੀਕ ਹੈ, ਜ਼ਿਆਦਾ ਪੋਜ਼ਿਟਿਵ ਲੈ ਕੇ ਚੱਲਦੇ ਹਾਂ। ਜੇ ਆਪਣੇ ਨੈਗੇਟਿਵ ਜ਼ਿਆਦਾ ਕਿਸੇ ਵੀ ਦੇ ਤਾਂ ਉਹ ਨੈਗੇਟਿਵ ਵਾਲਾ ਬੋਡੀ ਪੈਰਾਗ੍ਰਾਫ ਆਪਾਂ ਵੱਡਾ ਬਣਾ ਦਾਂਗੇ, ਪੋਜ਼ਿਟਿਵ ਵਾਲਾ ਘੱਟ। ਇਸ ਤਰ੍ਹਾਂ ਬਣਾਉਣਾ ਹੈ। ਜਿਹੜੀ ਸਾਈਡ ਹੋਵਾਂਗੇ ਜਿਹਦੇ ਓਪੀਨੀਅਨ ਦੇ ਆਪਾਂ ਉਹ ਜ਼ਿਆਦਾ ਆਪਾਂ ਜਿਹੜਾ ਪੈਰਾ ਉਹ ਵੱਡਾ ਬਣਾਵਾਂਗੇ। ਬੋਡੀ ਪੈਰਾਗ੍ਰਾਫ 2 ਦੇ ਵਿੱਚ ਆਪਾਂ ਇਹਦੀ ਫਲਿਪ ਸਾਈਡ ਉਲਟ ਸਾਈਡ ਲਿਖਣੀ ਹੈ। ਇਹ ਹਮੇਸ਼ਾ ਹਰ ਇੱਕ ਐਸੇ ਦੇ ਵਿੱਚ ਹੁੰਦਾ, ਇੱਕ ਆਪਾਂ ਪੋਜ਼ਿਟਿਵ ਲਿਖਦੇ ਆ, ਇੱਕ ਆਪਾਂ ਨੈਗੇਟਿਵ ਹੁੰਦੇ ਆ। ਨੈਗੇਟਿਵ ਆਪਾਂ ਘੱਟ ਲਿਖਾਂਗੇ ਜੇ ਆਪਾਂ ਪੋਜ਼ਿਟਿਵ ਵਾਲੀ ਸਾਈਡ ਆ। ਓਕੇ, ਸੋ ਇਹਦੇ ਹੁਣ ਆਪਾਂ ਡਿਸਐਡਵਾਂਟੇਜਸ ਲਿਖਣੇ ਆ ਬੋਡੀ ਪੈਰਾਗ੍ਰਾਫ 2 ਦੇ ਵਿੱਚ। ਜਿਵੇਂ ਫੈਮਿਲੀ ਹਿਸਟਰੀ ਨੂੰ ਜੇ ਫਾਈਂਡ ਕਰਦੇ ਆ ਉਹ ਵੇਸਟੇਜ ਆਫ ਟਾਈਮ ਹੈ, ਮਨੀ ਹੈ, ਇਸ ਤਰ੍ਹਾਂ ਇਹ 2 ਦੇ ਵਿੱਚ ਲਿਖਣਾ। ਓਕੇ, ਹੁਣ ਕਨਕਲੂਜਨ ਹੈ ਜਿਹੜਾ ਉਹਦੇ ਵਿੱਚ ਇਹ ਤੁਸੀਂ ਕਿਵੇਂ ਲਿਖ ਸਕਦੇ ਹੋ? ਕਨਕਲੂਜਨ ਹੈ ਟੂ ਸਮ ਅਪ, although there are some drawbacks to find out the family history, yet from my perspective it is a positive development। ਭਾਵੇਂ ਕਿ ਜਿਹੜੇ ਇਹਦੇ ਡਰਾਬੈਕਸ ਹੈ ਇਹਨੀ ਫੈਮਿਲੀ ਹਿਸਟਰੀ ਦੇ, ਪਰ ਮੈਨੂੰ ਲੱਗਦਾ ਜਿਹੜੇ ਇਹਦੇ ਪੋਜ਼ਿਟਿਵ ਹੈ ਉਹ ਜ਼ਿਆਦਾ ਹੈ, ਇਹ ਪੋਜ਼ਿਟਿਵ ਡਿਵੈਲਪਮੈਂਟ ਹੈ। ਇਸ ਤਰ੍ਹਾਂ ਕਨਕਲੂਜਨ ਲਿਖ ਸਕਦੇ ਹੋ ਤੁਸੀਂ। ਨੈਕਸਟ ਹੈ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਵਾਲੇ। ਇਸ ਤਰ੍ਹਾਂ ਦੇ ਐਸੇਜ਼ ਹੁੰਦੇ ਆ ਜਿਵੇਂ ਕਿ ਆਪਣੇ ਕੋਲ ਕੁਐਸਚਨ ਹੈਗਾ, ਸਮ ਪੀਪਲ ਥਿੰਕ ਇਟਸ ਬੈਟਰ ਫॉर ਚਿਲਡਰਨ to begin to learn a foreign language at primary school than at secondary school। ਕੁਛ ਲੋਕ ਕੀ ਸੋਚਦੇ ਆ ਕਿ ਇਹ ਬਹੁਤ ਵਧੀਆ ਜੇ ਚਿਲਡਰਨ ਹੈ ਜਿਹੜੇ ਉਹ ਫੋਰਨ ਲੈਂਗੁਏਜ ਸਿੱਖਣ ਪ੍ਰਾਇਮਰੀ ਸਕੂਲ 'ਚ ਦੈਨ ਸੈਕੰਡਰੀ ਸਕੂਲ। ਡੂ ਯੂ ਥਿੰਕ ਦਾ ਐਡਵਾਂਟੇਜਸ ਆਫ ਦਿਸ ਟ੍ਰੈਂਡ ਆਊਟਵੇ ਦਾ ਡਿਸਐਡਵਾਂਟੇਜਸ? ਕੀ ਤੁਸੀਂ ਸੋਚਦੇ ਹੋ ਕਿ ਇਸ ਜਿਹੜਾ ਇਹ ਟ੍ਰੈਂਡ ਹੈ ਇਹਦੇ ਐਡਵਾਂਟੇਜਸ ਜ਼ਿਆਦਾ ਡਿਸਐਡਵਾਂਟੇਜਸ ਤੋਂ? ਓਕੇ, ਸੋ ਹੁਣ ਆਪਾਂ ਇਹਦੀ ਇੰਟਰੋ ਵੇਲੇ ਉਹੀ ਸੇਮ ਆ ਗਿਆ ਜਨਰਲ ਸਟੇਟਮੈਂਟ ਹਰ ਇੱਕ ਐਸੇ ਦੇ ਵਿੱਚ ਲਿਖਣੀ ਆਪਾਂ। ਉਸ ਤੋਂ ਬਾਅਦ ਪੈਰਾਫਰੇਜ਼ ਕਰਨਾ ਹੋਲ ਕੁਐਸਚਨ ਹੈ ਜਿਹੜਾ। ਉਸ ਤੋਂ ਬਾਅਦ ਆਪਣੀ ਇਹਦੀ ਓਪੀਨੀਅਨ ਰੱਖਣੀ ਮੀਨਸ ਮੈਨੂੰ ਲੱਗਦਾ ਇਹਦੇ ਐਡਵਾਂਟੇਜਸ ਜ਼ਿਆਦਾ ਹੈ ਡਿਸਐਡਵਾਂਟੇਜਸ ਤੋਂ, ਜਾਂ ਮੈਨੂੰ ਲੱਗਦਾ ਇਹਦੇ ਡਿਸਐਡਵਾਂਟੇਜਸ ਜ਼ਿਆਦਾ ਹੈ। ਇਸ ਤਰ੍ਹਾਂ ਤੁਸੀਂ ਓਪੀਨੀਅਨ ਦੇ ਵਿੱਚ ਲਿਖਣਾ ਹੈ। ਜਿਵੇਂ ਲਿਖਿਆ ਮੈਂ, ਫਰੋਮ ਮਾਈ ਪਰਸਪੈਕਟਿਵ ਐਡਵਾਂਟੇਜਸ ਆਰ ਮੋਰ ਦੈਨ ਦਾ ਡਿਸਐਡਵਾਂਟੇਜਸ। ਤੁਸੀਂ ਆ ਸਾਰੀ ਇੰਟਰੋ ਜਨਰਲ ਸਟੇਟਮੈਂਟ ਲਿਖ ਲਈ, ਪੈਰਾਫਰੇਜ਼ ਕੁਐਸਚਨ ਦੀ ਪੈਰਾਫਰੇਜ਼ ਕਰ ਲਈ। ਉਸ ਤੋਂ ਬਾਅਦ ਤੁਸੀਂ ਆਹ ਲਾਈਨ ਲਿਖ ਸਕਦੇ ਹੋ, ਫਰੋਮ ਮਾਈ ਪਰਸਪੈਕਟਿਵ ਐਡਵਾਂਟੇਜਸ ਆਰ ਮੋਰ ਦੈਨ ਦਾ ਡਿਸਐਡਵਾਂਟੇਜਸ। ਓਕੇ, ਇਸ ਤਰ੍ਹਾਂ ਦੇ ਐਸੇਜ਼ ਦੇ ਵਿੱਚ ਈਜ਼ੀ ਹੁੰਦੇ ਆ ਇਸ ਤਰ੍ਹਾਂ ਦੇ ਐਸੇ। ਜਿਵੇਂ ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਐਡਵਾਂਟੇਜਸ ਲਿਖਦੇ, ਬੋਡੀ ਪੈਰਾਗ੍ਰਾਫ 2 ਦੇ ਵਿੱਚ ਆਪਾਂ ਇਹਦੇ ਡਿਸਐਡਵਾਂਟੇਜਸ ਲਿਖਦੇ। ਓਕੇ, ਸੋ ਈਜ਼ੀ ਹੈ। ਕਨਕਲੂਜਨ ਹੈ ਜਿਹੜਾ ਉਹ ਜਿਵੇਂ ਆਪਾਂ ਲਿਖ ਸਕਦੇ ਹਾਂ, ਆਫਟਰ ਐਨਾਲਾਈਜ਼ਿੰਗ ਦੀ ਜਗ੍ਹਾ ਤੇ ਪੌਂਡਰਿੰਗ ਲਿਖ ਸਕਦੇ ਹੋ, ਜਾਂ ਤੁਸੀਂ ਆਫਟਰ ਐਨਾਲਾਈਜ਼ਿੰਗ ਇਹਦੀ ਜਗ੍ਹਾ ਤੇ ਹੈਵਿੰਗ ਐਨਾਲਾਈਜ਼ਡ ਲਿਖ ਸਕਦੇ ਹੋ, ਹੈਵਿੰਗ ਪੌਂਡਰਡ ਲਿਖ ਸਕਦੇ ਹੋ। ਓਵਰ ਅਬਵ ਇਨਫੋਰਮੇਸ਼ਨ ਇਟ ਇਜ਼ ਕਲੀਅਰ ਦੈਟ ਮੈਰਿਟਸ ਆਊਟਵੇ ਡੀਮੈਰਿਟਸ। ਮੀਨਸ ਮੈਨੂੰ ਇਹਦੇ ਜਿਹੜੇ ਮੈਰਿਟਸ ਆ ਉਹ ਜ਼ਿਆਦਾ ਲੱਗਦੇ ਆ, ਐਡਵਾਂਟੇਜਸ ਜ਼ਿਆਦਾ ਲੱਗਦੇ ਆ ਡੀਮੈਰਿਟਸ। ਓਕੇ, ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਕਨਕਲੂਜਨ ਦੇ ਵਿੱਚ। ਇਹ ਈਜ਼ੀ ਹੈ ਬਹੁਤ। ਸੋ ਨੈਕਸਟ ਜਿਹੜੀ ਟਾਈਪ ਐਸੇਜ਼ ਦੀ ਉਹ ਹੈਗੀ ਹੈ ਡਿਸਕਸ ਐਸੇਜ਼। ਇਸ ਤਰ੍ਹਾਂ ਦੇ ਐਸੇ ਕਿਵੇਂ ਹੁੰਦੇ ਆ? ਜਿਵੇਂ ਕੁਐਸਚਨ ਆਪਣੇ ਕੋਲ, some people say that schools should reward students who show the best academic results, while others believe that it's more important to reward students who show improvements। ਕੁਛ ਲੋਕ ਹੀ ਕਹਿੰਦੇ ਆ ਜਿਹੜੇ ਸਕੂਲਸ ਆ ਉਹਨਾਂ ਨੂੰ ਰਿਵਾਰਡ ਦੇਣਾ ਚਾਹੀਦਾ ਸਟੂਡੈਂਟਸ ਨੂੰ ਜਿਹੜੇ ਐਕੈਡੈਮਿਕ ਰਿਜ਼ਲਟਸ ਬੈਸਟ ਦਿੰਦੇ ਆ। ਕੁਛ ਕੀ ਕਹਿੰਦੇ ਆ, ਉਹਦੀ ਅਦਰ ਸਾਈਡ ਕੀ ਕਹਿੰਦੇ ਆ ਕਿ ਇਹ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਨੂੰ ਸਟੂਡੈਂਟਸ ਨੂੰ ਰਿਵਾਰਡ ਦੇਣਾ, ਮੀਨਸ ਉਹਨਾਂ ਨੂੰ ਸਨਮਾਨਿਤ ਕਰਨਾ ਜਿਹੜੇ ਇੰਪਰੂਵਮੈਂਟਸ ਦਿਖਾਉਂਦੇ ਆ। ਸੋ ਡਿਸਕਸ ਬੋਥ ਵਿਊਜ਼ ਐਂਡ ਗਿਵਜ਼ ਯੂਅਰ ਓਨ ਓਪੀਨੀਅਨ। ਤੁਸੀਂ ਇਹ ਬੋਥ ਵਿਊਜ਼ ਆ ਜਿਹੜੇ ਡਿਸਕਸ ਕਰਨੇ ਆ ਅਤੇ ਆਪਣਾ ਓਪੀਨੀਅਨ ਦੇਣਾ। ਓਕੇ, ਇਸ ਤਰ੍ਹਾਂ ਦੇ ਐਸੇਜ਼ ਦੇ ਵਿੱਚ ਚਾਹੇ ਤਾਂ ਤੁਸੀਂ ਇੰਟਰੋ ਦੇ ਵਿੱਚ ਓਪੀਨੀਅਨ ਦੇ ਦਿਆ ਕਰੋ, ਜਾਂ ਤੁਸੀਂ ਕਨਕਲੂਜਨ ਦੇ ਵਿੱਚ ਦੇ ਸਕਦੇ ਹੋ। ਇਹ ਬਹੁਤ ਵਧੀਆ ਰਹਿੰਦਾ ਜੇ ਆਪਾਂ ਕਨਕਲੂਜਨ ਦੇ ਵਿੱਚ ਦਿੰਦੇ ਆ ਕਨਕਲੂਜਨ ਦੇ ਵਿੱਚ। ਓਕੇ, ਸੋ ਜਿਵੇਂ ਇੰਟਰੋ ਹੋ ਗਈ, ਇੰਟਰੋ ਦੇ ਵਿੱਚ ਆਪਾਂ ਕੀ ਲਿਖਣਾ? ਜਨਰਲ ਸਟੇਟਮੈਂਟ ਉਹੀ ਸੇਮ। ਕਿਹਦੇ ਬਾਰੇ ਗੱਲ ਹੋ ਰਹੀ ਹੈ? ਇਹ ਸਕੂਲਸ ਬਾਰੇ ਹੋ ਰਹੀ ਹੈ, ਉਸ ਦੀ ਕੋਈ ਵੀ ਤੁਸੀਂ ਜਨਰਲ ਲਾਈਨ ਲਿਖ ਦਿਓ। ਪੈਰਾਫਰੇਜ਼ ਕਰ ਦਿਓ ਕੁਐਸਚਨ, ਬੋਥ ਵਿਊਜ਼ ਸੀ ਮੀਨਸ ਇਹਦੇ ਓਪੀਨੀਅਨ ਦੇਣਾ, ਜਿੱਥੇ ਆਪਾਂ ਉੱਥੇ ਕੀ ਲਿਖ ਸਕਦੇ ਹਾਂ? ਦਿਸ ਐਸੇ ਵਿਲ ਡਿਸਕਸ ਬੋਥ ਦਾ ਵਿਊਜ਼ ਬਿਫੋਰ embarking on my opinion। ਇਹ ਜਿਹੜਾ ਐਸੇ ਹੈ ਇਹ ਬੋਥ ਵਿਊ ਡਿਸਕਸ ਕਰਾਂਗੇ ਇਸ ਦੇ ਵਿੱਚ, ਅਤੇ ਓਪੀਨੀਅਨ ਦੇ ਪਹੁੰਚਣ ਤੋਂ ਪਹਿਲਾਂ, ਮੀਨਸ ਓਪੀਨੀਅਨ ਮੈਂ ਐਂਡ 'ਤੇ ਦੇਵਾਂਗੀ ਇਸ ਐਸੇ ਦੇ।
ਇਸ ਦੇ ਬੋਡੀ ਪੈਰਾਗ੍ਰਾਫ 1 ਦੇ ਵਿੱਚ ਫਸਟ ਵਿਊ ਹੈ ਜਿਹੜਾ, ਇਹ ਬਹੁਤ ਵਿਊਜ਼ ਦਿੱਤੇ ਆ। ਫਸਟ ਵੀ ਐਕਸਪਲੇਨ ਕਰੋ ਐਗਜ਼ਾਮਪਲ, 2 ਦੇ ਵਿੱਚ ਸੈਕਿੰਡ ਵੀ ਐਕਸਪਲੇਨ ਐਗਜ਼ਾਮਪਲ, ਸੇਮ ਈਜ਼ੀ ਹੈ। ਕਨਕਲੂਜਨ ਉਹੀ ਟੂ ਸਮ ਅਪ, ਆਈ ਪਰਸਨਲੀ ਇਨ ਫੇਵਰ ਆਫ ਦਾ ਫਾਰਮਰ ਔਰ ਲੈਟਰ ਵਿਊ। ਤੁਸੀਂ ਜਿਹਦੇ ਵੀ ਨਾਲੋਂ, ਪਹਿਲਾਂ ਵਾਲੇ ਨਾਲੋਂ ਓਪੀਨੀਅਨ ਦੇਣਾ ਜਾਂ ਦੂਸਰੇ ਨਾਲ, ਉਹ ਤੁਸੀਂ ਕਨਕਲੂਜਨ ਦੇ ਵਿੱਚ ਇਸ ਤਰ੍ਹਾਂ ਲਿਖ ਸਕਦੇ ਹੋ। ਨੈਕਸਟ ਟਾਈਪ ਹੈਗੀ ਹੈ ਪ੍ਰੋਬਲਮ ਐਂਡ ਸੋਲਿਊਸ਼ਨ ਐਸੇਸ। ਜਿਵੇਂ ਕੁਐਸਚਨ ਹੈ, ਦਾ ਅਨਲਿਮਿਟਿਡ ਯੂਜ਼ ਆਫ ਕਾਰਸ ਮੇ ਕਾਜ਼ ਮੈਨੀ ਪ੍ਰੋਬਲਮਸ। ਜਿਹੜੇ ਜ਼ਿਆਦਾਤਰ ਜਿਹੜੇ ਕਾਰ ਦਾ ਅੱਜ ਕੱਲ੍ਹ ਯੂਜ਼ ਕਰ ਰਹੇ, ਅਨਲਿਮਿਟਿਡ ਯੂਜ਼ ਆਫ ਕਾਰਸ ਹੈ, ਉਹ ਹੈ ਪ੍ਰੋਬਲਮ ਕ੍ਰੀਏਟ ਕਰ ਸਕਦੀਆਂ। ਵਾਟ ਆਰ ਦੀਸ ਪ੍ਰੋਬਲਮਸ, ਕਿਹੜੀਆਂ ਪ੍ਰੋਬਲਮਸ ਹੈ? ਸ਼ੁੱਡ ਵੀ ਡਿਸਕਰੇਜ ਪੀਪਲ ਟੂ ਯੂਜ਼ ਕਾਰਸ, ਕੀ ਆਪਾਂ ਡਿਸਕਰੇਜ ਕਰਨਾ ਹੈ, ਮੀਨਜ਼ ਆਪਾਂ ਜਿਹੜੇ ਲੋਕ ਆ ਉਹਨਾਂ ਨੂੰ ਕਹਿਣਾ ਵੀ ਕਾਰਸ ਜਿਹੜੇ ਉਹ ਘੱਟ ਯੂਜ਼ ਕਰਨ, ਠੀਕ ਹੈ। ਇਸ ਤਰ੍ਹਾਂ ਦੀ ਇੰਟਰੋ ਹੈ, ਜਨਰਲ ਸਟੇਟਮੈਂਟ ਸਿੰਪਲ ਉਵੇਂ ਕਾਰਸ ਬਾਰੇ ਕੁਝ ਵੀ ਲਿਖ ਸਕਦੇ ਹਾਂ। ਪੈਰਾਫਰੇਜ਼, ਕੁਐਸਚਨ ਦੀ ਪੈਰਾਫਰੇਜ਼ ਸਿੰਪਲ, ਜਿਵੇਂ ਆਪਾਂ ਪਿਛਲੇ ਐਸਐਸ ਦੇ ਵਿੱਚ ਕਰਨਾ ਹੈ। ਉਸ ਤੋਂ ਬਾਅਦ ਇਹਦਾ ਬੋਡੀ ਪੈਰਾਗ੍ਰਾਫ 1 ਈਜ਼ੀ ਆ। ਪ੍ਰੋਬਲਮਸ ਦੱਸਣੀਆਂ, ਕਿਹੜੀਆਂ ਪ੍ਰੋਬਲਮਸ ਹੁੰਦੀਆਂ। 2 ਦੇ ਵਿੱਚ ਸੋਲਿਊਸ਼ਨਸ ਦੱਸਦੇ ਨੇ ਇਹਦੇ, ਮੀਨਜ਼ ਆਪਾਂ ਵੀ ਆਪਾਂ ਕਾਰਾਂ ਵੀ ਯੂਜ਼ ਵੀ ਕਰੀਏ, ਮੀਨਜ਼ ਆਪਾਂ ਕਹਿ ਸਕਦੇ ਹਾਂ ਜਿਹੜੀ ਗਵਰਨਮੈਂਟ ਆ ਉਹ ਇਨਕਰੇਜ ਕਰਨ ਲੋਕਾਂ ਨੂੰ ਘੱਟ ਯੂਜ਼ ਕਰਨ ਉਹ ਕਾਰਾਂ, ਇਸ ਤਰ੍ਹਾਂ ਇਹਦੇ ਆਪਾਂ ਸੋਲਿਊਸ਼ਨਸ ਵਗੈਰਾ ਦੱਸ ਸਕਦੇ ਹਾਂ ਬੋਡੀ ਪੈਰਾਗ੍ਰਾਫ 2 ਦੇ ਵਿੱਚ। ਓਕੇ, ਕਨਕਲੂਜਨ ਦੇ ਵਿੱਚ ਟੂ ਸਮ ਅਪ ਆਲ ਦੋ, ਭਾਵੇਂ ਕਿ ਦੇਅਰ ਆਰ ਸਮ ਪ੍ਰੋਬਲਮਸ ਡਿਊ ਟੂ ਕਾਰਸ, ਭਾਵੇਂ ਕਿ ਜਿਹੜੇ ਕਾਰਸ ਨਾਲ ਪ੍ਰੋਬਲਮਸ ਹੁੰਦੀਆਂ, ਵਟ ਸਮ ਸਟੈਪਸ ਕੁਡ ਬੀ ਟੇਕਨ ਟੂ ਐਮੀਲੀਏਟ ਦਿਸ ਪ੍ਰੋਬਲਮ, ਕੁਛ ਸਟੈਪਸ ਚੱਕੇ ਜਾਣੇ ਚਾਹੀਦੇ ਜਿਹਦੇ ਨਾਲ ਜਿਹੜੀਆਂ ਇਹ ਪ੍ਰੋਬਲਮ ਆ ਉਹ ਘੱਟ ਹੋ ਸਕਣ। ਐਮੀਲੀਏਟ ਮੀਨਜ਼ ਹੁੰਦਾ ਰਿਡਿਊਸ, ਘੱਟ ਹੋਣ ਪ੍ਰੋਬਲਮਸ ਇਹਦੇ ਕਰਕੇ। ਗਾਇਜ਼ ਲਾਸਟ ਹੈ ਜਿਹੜੀ ਟਾਈਪ ਉਹ ਕਿਹੜੀ ਹੈ, ਡਾਇਰੈਕਟ ਕੁਐਸਚਨ ਐਸੇਸ। ਕੁਐਸਚਨ ਜਿਵੇਂ, with technology speeding up, more and more young people begin to use mobile phones and the internet। ਜਿਹੜੀ ਟੈਕਨੋਲੋਜੀ ਜਿਵੇਂ ਜਿਵੇਂ ਵੱਧ ਰਹੀ ਹੈ, ਸਪੀਡਿੰਗ ਅਪ ਹੋ ਰਹੀ ਹੈ, ਤਾਂ ਜਿਹੜੇ ਜ਼ਿਆਦਾਤਰ ਜਿਹੜੇ ਯੰਗ ਪੀਪਲ ਹੈ ਉਹ ਮੋਬਾਈਲ ਫੋਨਸ ਤੇ ਇੰਟਰਨੈਟ ਯੂਜ਼ ਕਰ ਰਹੇ ਹੈ, ਠੀਕ ਹੈ। ਬਟ ਓਲਡ ਪੀਪਲ ਹੈਵ ਲਿਟਲ ਚਾਂਸ ਟੂ ਬੀ ਐਕਸਪੋਜ਼ਡ ਟੂ ਦੈਮ। ਜਿਹੜੇ ਓਲਡ ਪੀਪਲ ਆ ਉਹ ਘੱਟ ਯੂਜ਼ ਕਰਦੇ ਆ, ਮੀਨਜ਼ ਉਹ ਕੰਫਰਟੇਬਲ ਨਹੀਂ ਹੁੰਦੇ ਲੇਟੈਸਟ ਟੈਕਨੋਲੋਜੀ ਨਾਲ। ਵਾਟ ਵੇਜ਼ ਕੁਡ ਮੋਬਾਈਲ ਫੋਨ ਐਂਡ ਦੀ ਇੰਟਰਨੈਟ ਬੀ ਯੂਜ਼ਫੁਲ ਟੂ ਓਲਡ ਪੀਪਲ, ਕਿਹੜੇ ਤਰੀਕੇ ਆ ਜਿਨ੍ਹਾਂ ਨਾਲ ਇਹ ਯੂਜ਼ਫੁਲ ਹੋ ਸਕਣ ਓਲਡ ਪੀਪਲ ਲਈ। ਹਾਊ ਕੈਨ ਓਲਡ ਪੀਪਲ ਬੀ ਇਨਕਰੇਜ ਟੂ ਯੂਜ਼ ਦਿਸ ਟੈਕਨੋਲੋਜੀ, ਜਿਹੜੇ ਓਲਡ ਪੀਪਲ ਆ ਉਹਨਾਂ ਨੂੰ ਆਪਾਂ ਕਿਵੇਂ ਇਨਕਰੇਜ ਕਰ ਸਕਦੇ ਹਾਂ ਤਾਂ ਕਿ ਉਹ ਜਿਹੜੀ ਇਹ ਟੈਕਨੋਲੋਜੀ ਲੇਟੈਸਟ ਯੂਜ਼ ਕਰ ਸਕਣ ਇਸ ਨੂੰ। ਸੋ ਇੰਟਰੋ ਦੇ ਵਿੱਚ ਉਹੀ ਸੇਮ ਜਨਰਲ ਸਟੇਟਮੈਂਟ, ਫਿਰ ਪੈਰਾਫਰੇਜ਼ ਦਾ ਕੁਐਸਚਨ। ਸੋ ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਕੀ ਲਿਖਣਾ ਹੈ ਵੀ ਕਿਵੇਂ ਆਪਾਂ ਜਿਹੜੇ ਓਲਡ ਪੀਪਲ ਉਹ ਕਿਵੇਂ ਯੂਜ਼ ਕਰ ਸਕਦੇ ਆ, ਠੀਕ ਹੈ। ਮੀਨਜ਼ ਆਪਾਂ ਇਹਨਾਂ ਦੇ ਬੈਨੀਫਿਟ ਦੱਸਣਾ ਮੋਬਾਈਲ ਫੋਨ ਤੇ ਇੰਟਰਨੈਟ ਦੇ, ਓਲਡ ਪੀਪਲ ਦੇ ਲਈ ਕੀ ਬੈਨੀਫਿਟਸ ਹੈ ਇਹਦੇ। ਜਿਹੜਾ 2 ਪੈਰਾਗ੍ਰਾਫ ਹੈ ਉਹਦੇ ਵਿੱਚ ਆਪਾਂ ਕਿਵੇਂ ਇਨਕਰੇਜ ਕਰ ਸਕਦੇ ਹਾਂ ਓਲਡ ਪੀਪਲ ਨੂੰ, ਉਹ ਲਿਖਣਾ ਹੈ। ਸੋ ਜਿਹੜੇ ਦੋਨੋਂ ਇਹ ਡਾਇਰੈਕਟ ਕੁਐਸਚਨ ਮੀਨਜ਼ ਕੁਐਸਚਨ ਪੁੱਛੇ ਜਾਂਦੇ ਆ ਡਾਇਰੈਕਟ, ਉਹ ਆਪਾਂ ਦੋਨੇ ਬੋਡੀ ਪੈਰਾਗ੍ਰਾਫ ਦੇ ਵਿੱਚ ਆਪਾਂ ਇਹਨਾਂ ਨੂੰ ਐਕਸਪਲੇਨ ਕਰਨਾ ਹੈ। ਓਕੇ, ਸੋ ਕਨਕਲੂਜਨ ਹੈ ਜਿਹੜਾ ਉਹਦੇ ਵਿੱਚ ਕੀ ਦੱਸਣਾ ਹੈ, ਜਿਵੇਂ ਆਪਾਂ ਦੋਨਾਂ ਨੂੰ ਜਿਹੜਾ ਹੈਗਾ ਮੇਨ ਦੱਸਣਾ ਵੀ ਕੀ ਇਹਦੇ ਵਿੱਚ ਗੱਲ ਕੀਤੀ ਹੋਈ ਹੈ ਇਸੇ ਦੇ ਵਿੱਚ। ਟੂ ਰੈਪ ਅਪ, mobile phone and internet provide numerous benefits to elderly people. What a little effort is required to make them techno savvy। ਜਿਹੜੇ ਮੋਬਾਈਲ ਫੋਨ ਤੇ ਇੰਟਰਨੈਟ ਉਹ ਬਹੁਤ ਸਾਰੇ ਬੈਨੀਫਿਟਸ ਪ੍ਰੋਵਾਈਡ ਕਰਵਾਉਂਦੇ ਆ ਐਲਡਰਲੀ ਪੀਪਲ ਨੂੰ, ਪਰ ਜੇ ਆਪਾਂ ਥੋੜਾ ਐਫਰਟ ਕਰੀਏ ਤਾਂ ਉਹ ਵੀ ਟੈਕਨੋ ਸੇਵੀ ਬਣ ਸਕਦੇ ਆ। ਜੀ ਹਾਂ, ਮੀਨਜ਼ ਉਹ ਯੂਜ਼ ਕਰ ਸਕਦੇ, ਉਹ ਕੰਫਰਟੇਬਲ ਹੋ ਸਕਦੇ ਆ ਲੇਟੈਸਟ ਟੈਕਨੋਲੋਜੀ ਨਾਲ। ਸੋ ਗਾਇਜ਼ ਦੈਟਸ ਆਲ, ਥੈਂਕਸ ਫॉर ਵਾਚਿੰਗ ਮਾਈ ਵੀਡੀਓ।